ਔਰ ਜਦੋਂ ਉਹਨਾਂ ਦੇ ਇਹ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤੇ ਉਹ ਘਰਾਂ ਦਾ ਸਮਾਨ ਵੀ ਵੇਚਦੇ ਨੇ ਤੇ ਬਾਹਰੋਂ ਵੀ ਫਿਰ ਜੋ ਕੁਝ ਲੱਭੇ ਵੇਚਦੇ ਨੇ ਔਰ ਮੁਆਸ਼ਰੇ ਦਾ ਨਸੂਰ ਬਣ ਜਾਂਦੇ ਨੇ ਔਰ ਮੁਆਸ਼ਰੇ ਦੇ ਵਿੱਚ ਉਹਨਾਂ ਦੀ ਇੱਜ਼ਤ ਔਰ ਤਕਰੀਮ ਵੀ ਨਹੀਂ ਰਹਿੰਦੀ ਇਸ ਹਰਕਤ ਦੀ ਵਜ੍ਹਾ ਤੋਂ। ਪੈਸੇ ਦਈਏ ਜਾਂ ਆਪਣੀ ਹੱਥੀਂ ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈ ਲਿਆ ਕੇ ਦਈਏ ਤਾਂ ਕਿ ਉਹ ਅਹਿਸਾਸੇ ਕਮਤਰੀ ਦਾ ਸ਼ਿਕਾਰ ਨਾ ਹੋਣ ਔਰ ਗਲਤ ਸੁਸਾਇਟੀ ਦਾ ਹਿੱਸਾ ਨਾ ਬਣਨ। ਇਹਨਾਂ ਉੱਤੇ ਸਾਡਾ ਕੋਈ ਹੱਕ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਚੁੱਕੀਏ ਅਤੇ ਆਪਣੀਆਂ ਜ਼ਰੂਰਤਾਂ ਕਰ ਲਈਏ ਪੂਰੀਆਂ ਵੇਚ ਕੇ। ਇਹਨਾਂ ਤੇ ਸਾਡਾ ਹੱਕ ਨਹੀਂ ਜੇ। ਤੇ ਦੋਸਤੋ ਕੌਮਾਂ ਇੰਝ ਬਣਦੀਆਂ ਜੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਅੱਲਾਹ ਤਾਲਾ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਡੇਰੇ ਪਾ ਦੇਵੇ ਔਰ ਤੁਹਾਨੂੰ ਹਰ ਵਕਤ ਖੁਸ਼ ਖੁਰਮ ਰੱਖੇ। ਆਮੀਨ ਸੁਮਾ ਆਮੀਨ। ਦੋਸਤੋ ਅੱਜ ਬੜੇ ਦਿਨਾਂ ਤੋਂ ਬਾਅਦ ਪੈਲੀਆਂ ਦੇ ਸੈਰ ਵਾਸਤੇ ਆਇਆ ਕਿਉਂਕਿ ਗਰਮੀ ਬੜੀ ਜ਼ਿਆਦਾ ਹੋ ਗਈ ਸੀ ਔਰ ਇੰਨੀ ਜ਼ਿਆਦਾ ਸੀ ਕਿ ਘਰਾਂ 'ਚ ਬੈਠਿਆਂ ਵੀ ਤਪਸ਼ ਮਹਿਸੂਸ ਹੁੰਦੀ ਸੀ ਤੇ ਸੂਰਜ ਦੇ ਅੱਗੇ ਆ ਕੇ ਖੜੇ ਹੋਣਾ ਜਾਂ ਬਗੈਰ ਸਾਏ ਤੋਂ ਖੜੇ ਹੋਣਾ ਬੜਾ ਮੁਹਾਲ ਲੱਗਦਾ ਸੀ। ਲੇਕਿਨ ਅੱਲਾਹ ਤਾਲਾ ਨੇ ਆਪਣੀ ਰਹਿਮਤ ਕੀਤੀ, ਆਪਣਾ ਫਜ਼ਲ ਕੀਤਾ ਸਾਡੇ ਇਨਸਾਨਾਂ 'ਤੇ ਕਿ ਕੱਲ੍ਹ ਦਾ ਮੌਸਮ ਬੜਾ ਖੁਸ਼ਗਵਾਰ ਹੋ ਗਿਆ। ਕੱਲ੍ਹ ਬੜਾ ਤੂਫਾਨ ਵੀ ਸੀ ਔਰ ਹਲਕੀ ਹਲਕੀ ਬਾਰਿਸ਼ ਵੀ ਹੋਈ। ਦੋਸਤੋ ਇਸ ਵੀਡੀਓ ਨੂੰ ਦੇਖਣ ਵਾਲੇ ਜਿੰਨੇ ਵੀ ਦੋਸਤ ਨੇ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਦੋਸਤਾਂ ਤੱਕ ਪਹੁੰਚ ਸਕੇ, ਤੁਹਾਡੇ ਸਾਰਿਆਂ ਤੱਕ ਪਹੁੰਚ ਸਕੇ ਔਰ ਤੁਸੀਂ ਸਾਡੀ ਇਸ ਵੀਡੀਓ ਨੂੰ ਦੇਖ ਸਕੋ। ਔਰ ਜਿਹੜੀ ਵੀ ਅਸੀਂ ਇਨਫੋਰਮੇਸ਼ਨ ਦੀ ਗੱਲ ਕਰਨੀ ਚਾਹੁੰਦੇ ਹਾਂ ਜਾਂ ਕੋਈ ਸਮਝਾਉਣ ਵਾਲੀ ਜਾਂ ਕੋਈ ਮਾਲੂਮਾਤ ਵਾਲੀ ਉਹ ਤੁਹਾਨੂੰ ਮਾਲੂਮਾਤ ਵੀ ਮਿਲ ਸਕੇ ਔਰ ਸਮਝਣ ਵਾਲੀ ਅਗਰ ਗੱਲ ਹੋਵੇ ਤਾਂ ਉਹ ਸਮਝ ਵੀ ਸਕੋ। ਤੇ ਚੱਲਦੇ ਹਾਂ ਅੱਜ ਦੀ ਵੀਡੀਓ ਦੀ ਤਰਫ। ਦੋਸਤੋ ਅਸੀਂ ਮੁਆਸ਼ਰੇ 'ਚ ਦੇਖਿਆ ਕਿ ਸਾਡੇ ਮੁਆਸ਼ਰੇ ਦੇ ਵਿੱਚ ਬੜੀ ਬੇਰੁਜ਼ਗਾਰੀ ਸਰਾਇਤ ਕਰ ਚੁੱਕੀ ਹੈ ਔਰ ਅਸੀਂ ਆਪਣੇ ਆਂਢ ਗੁਆਂਢ ਆਪਣੇ ਆਸ-ਪਾਸ ਵੀ ਦੇਖਦੇ ਹਾਂ ਕਿ ਬੇਰੁਜ਼ਗਾਰੀ ਬੜੀ ਜ਼ਿਆਦਾ ਹੈ ਔਰ ਲੋਕੀ ਬੜੇ ਪਰੇਸ਼ਾਨ ਹਾਲ ਨੇ। ਲੇਕਿਨ ਇਹਦੇ ਨਾਲ ਇੱਕ ਚੀਜ਼ ਹੋਰ ਵੀ ਦੇਖਣ ਨੂੰ ਮਿਲਦੀ ਹੈ। ਉਹ ਕੀ ਚੀਜ਼ ਹੈ ਕਿ ਅਸੀਂ ਖੁਦ ਵੀ ਜਿਹੜੇ ਨਾ ਨਿਕੰਮੇ ਹੋ ਗਏ ਹਾਂ। ਅਸੀਂ ਖੁਦ ਵੀ ਆਪਣੇ ਵਾਸਤੇ ਕੁਛ ਕਰਨਾ ਨਹੀਂ ਚਾਹੁੰਦੇ, ਆਪਣੇ ਹਾਲਾਤ ਬਦਲਣੇ ਨਹੀਂ ਚਾਹੁੰਦੇ। ਉਹ ਕਿਸ ਤਰ੍ਹਾਂ ਨਹੀਂ ਬਦਲਣਾ ਚਾਹੁੰਦੇ ਕਿ ਅਸੀਂ ਫਾਰਗ ਬਹਿ ਕੇ ਟਾਈਮ ਜ਼ਾਇਆ ਕਰਨੇ ਆ, ਫਾਰਗ ਫਿਰ ਕੇ ਟਾਈਮ ਜ਼ਾਇਆ ਕਰਨੇ ਆ ਔਰ ਆਪਣੇ ਵਾਸਤੇ ਕੁਝ ਵੀ ਹਾਸਲ ਨਹੀਂ ਕਰਨਾ ਚਾਹੁੰਦੇ। ਆਪਣੀ ਮਿਹਨਤ ਕਰਕੇ ਆਪਣੇ ਜਿਹੜਾ ਮੁਕੱਦਰਾਂ ਦਾ ਲਿਖਿਆ ਰਿਜ਼ਕ ਹੈ ਉਹਨੂੰ ਵੀ ਹਾਸਲ ਨਹੀਂ ਕਰਨਾ ਚਾਹੁੰਦੇ। ਤੇ ਦੋਸਤੋ ਕੁਛ ਬੱਚੇ ਆ ਗਏ ਸਨ, ਉਹਨਾਂ ਦੇ ਨਾਲ ਥੋੜ੍ਹੀ ਜਿਹੀ ਗੁਫ਼ਤਗੂ ਕੀਤੀ, ਉਹ ਵੀ ਮੈਂ ਤੁਹਾਨੂੰ ਸੁਣਾਉਣਾ ਵਾ ਕਿਸ ਵਜ੍ਹਾ ਤੋਂ ਕੀਤੀ, ਦੱਸਣਾ ਵਾ ਤੁਹਾਨੂੰ ਕਿ ਅਸੀਂ ਸਾਡਾ ਮੁਆਸ਼ਰਾ ਕਿਸ ਤਰਫ ਜਾ ਰਿਹਾ। ਇਹ ਬੱਚਿਆਂ ਨੂੰ ਮੈਂ ਦੂਰ ਤੋਂ ਦੇਖਿਆ, ਸ਼ਾਇਦ ਵੀਡੀਓ ਦੇ ਵਿੱਚ ਵੀ ਆਵਾਜ਼ ਆਈ ਹੋਵੇ ਕਿ 4-5 ਬੱਚੇ ਹਨ ਤੇ ਇੱਕ ਦੂਜੇ ਨੂੰ ਗਾਲੀਆਂ ਕੱਢ ਰਹੇ ਸਨ। ਮੈਂ ਫਿਰ ਕੋਸ਼ਿਸ਼ ਕੀਤੀ ਕਿ ਮੈਂ ਇਹਨਾਂ ਬੱਚਿਆਂ ਦੇ ਨਾਲ ਥੋੜ੍ਹੀ ਜਿਹੀ ਗੁਫ਼ਤਗੂ ਕਰਾਂ ਔਰ ਗੁਫ਼ਤਗੂ ਕੀਤੀ ਹੈ ਕਿ ਬੱਚਿਓ ਆਪਸ ਵਿੱਚ ਤੁਸੀਂ ਦੋਸਤ ਹੋ, ਭਾਈ ਹੋ, ਮਹੱਲੇਦਾਰ ਹੋ ਸਕਦਾ ਹੈ ਆਪਸ ਵਿੱਚ ਅਜ਼ੀਜ਼ ਵੀ ਹੋਵੋ ਤੇ ਲੇਕਿਨ ਇਹ ਜਿਹੜੀ ਜ਼ੁਬਾਨ ਹੈ, ਲੈਂਗੁਏਜ ਹੈ ਗਾਲੀ ਦੇਣ ਵਾਲੀ, ਇਹ ਅੱਛੀ ਨਹੀਂ ਹੈ। ਇਹ ਨਾਲ ਤਾਸਰ ਇਹ ਮਿਲਦਾ ਹੈ ਕਿ ਸ਼ਾਇਦ ਤੁਹਾਡੇ ਵਾਲਿदैन ਤੁਹਾਡੀ ਤਰਬੀਅਤ ਅੱਛੀ ਨਹੀਂ ਕਰ ਰਹੇ। ਹੋ ਸਕਦਾ ਹੈ ਕਿ ਤੁਹਾਡੇ ਤੋਂ ਖਰਚਾ ਬੜਾ ਕਰਦੇ ਹੋਣ, ਤੁਹਾਨੂੰ ਪੜ੍ਹਾਉਣ ਵਾਸਤੇ ਤੁਹਾਡੇ 'ਤੇ ਮਿਹਨਤ ਬੜੀ ਕਰਦੇ ਹੋਣ, ਲੇਕਿਨ ਤੁਸੀਂ ਨਹੀਂ ਸਮਝ ਰਹੇ। ਤੇ ਸਮਝ ਜਾਓਗੇ ਤੇ ਉਹਦੇ ਨਾਲ ਤੁਹਾਡੇ ਵਾਲਿदैन ਦੀ ਵੀ ਇੱਜ਼ਤ ਹੈ ਤੇ ਤੁਹਾਡੀ ਵੀ ਮੁਆਸ਼ਰਾ ਇੱਜ਼ਤ ਕਰੇਗਾ। ਲੇਕਿਨ ਉਹਨਾਂ ਨੂੰ ਇਹਨਾਂ ਗੱਲਾਂ ਦੀ ਕੋਈ ਸਮਝ ਨਹੀਂ ਲੱਗੀ ਕਿਉਂਕਿ ਇਹਦੇ ਲੜਕਪਨ ਵਿੱਚ ਨੇ, ਉਹਨਾਂ ਨੂੰ ਸਮਝ ਹੋ ਸਕਦਾ ਨਾ ਹੀ ਆਵੇ। ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸੇ ਨੂੰ ਸਮਝਾਉਣ ਵਾਸਤੇ, ਤਰਬੀਅਤ ਕਰਨ ਵਾਸਤੇ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਇਹ ਹੀ ਅੱਜ ਦੀ ਮੇਰੀ ਵੀਡੀਓ ਦਾ ਮੌਜੂ ਹੈ ਔਰ ਇਹਦੇ ਉੱਤੇ ਹੀ ਮੈਂ ਤੁਹਾਡੇ ਨਾਲ ਗੁਫ਼ਤਗੂ ਕਰ ਰਿਹਾ ਵਾਂ ਕਿ ਅਸੀਂ ਮੁਆਸ਼ਰੇ 'ਚ ਵੇਖਦੇ ਹਾਂ ਕਿ ਕਾਫੀ ਬੱਚੇ ਸਾਡੇ ਮੁਆਸ਼ਰੇ ਦੇ, ਸਾਡੇ ਸ਼ਹਿਰ ਦੇ, ਸਾਡੇ ਪਿੰਡ ਦੇ ਨਸ਼ਿਆਂ ਦੀ ਲੱਤ ਲੱਗ ਗਈ ਹੈ ਕਾਫੀ ਬੱਚਿਆਂ ਨੂੰ। ਔਰ ਜਦੋਂ ਉਹਨਾਂ ਦੇ ਇਹ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤੇ ਉਹ ਘਰਾਂ ਦਾ ਸਮਾਨ ਵੀ ਵੇਚਦੇ ਨੇ ਤੇ ਬਾਹਰੋਂ ਵੀ ਫਿਰ ਜੋ ਕੁਝ ਲੱਭੇ ਵੇਚਦੇ ਨੇ ਔਰ ਮੁਆਸ਼ਰੇ ਦਾ ਨਸੂਰ ਬਣ ਜਾਂਦੇ ਨੇ ਔਰ ਮੁਆਸ਼ਰੇ ਦੇ ਵਿੱਚ ਉਹਨਾਂ ਦੀ ਇੱਜ਼ਤ ਔਰ ਤਕਰੀਮ ਵੀ ਨਹੀਂ ਰਹਿੰਦੀ ਇਸ ਹਰਕਤ ਦੀ ਵਜ੍ਹਾ ਤੋਂ। ਕਿਉਂਕਿ ਇਹ ਹਰਕਤਾਂ ਹਮੇਸ਼ਾ ਉਦੋਂ ਕੀਤੀਆਂ ਜਾਂਦੀਆਂ ਨੇ ਕਿ ਜਦੋਂ ਘਰਾਂ 'ਚ ਤੰਗ ਦਸਤੀਆਂ ਪੈ ਜਾਂਦੀਆਂ ਨੇ, ਬੱਚਿਆਂ ਦੀਆਂ ਖਾਹਿਸ਼ਾਂ ਦੇ ਮੁਤਾਬਕ ਉਹਨਾਂ ਨੂੰ ਖਰਚੇ ਨਹੀਂ ਦਿੱਤੇ ਜਾਂਦੇ ਔਰ ਉਹ ਜਦੋਂ ਬਾਹਰ ਜਾਂਦੇ ਨੇ ਦੇਖਦੇ ਨੇ ਦੂਸਰਿਆਂ ਦੋਸਤਾਂ ਨੂੰ ਕਿ ਉਹ ਖਰਚੇ ਅੱਛੇ ਕਰ ਰਹੇ ਨੇ ਤੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੁੰਦੇ ਨੇ। ਇਹ ਸਾਡਾ ਇੱਕ ਖਿਆਲ ਹੈ ਆਪਣਾ। ਮੁਮਕਿਨ ਹੈ ਇਸ ਤਰ੍ਹਾਂ ਨਾ ਹੋਵੇ, ਲੇਕਿਨ ਮੁਮਕਿਨ ਐਸਾ ਵੀ ਹੋਵੇ। ਇਹ ਗੱਲਾਂ ਥੋੜ੍ਹੀਆਂ ਜਿਹੀਆਂ ਕਰਨ ਦਾ ਮਕਸਦ ਇਹ ਸੀ
ਕਿ ਵੇ ਅਸੀਂ ਫਿਰ ਦੇਖਿਆ ਇਹ ਕਿ ਅਸੀਂ ਇੱਕ ਦੋਸਤ ਨਾਲ ਬੈਠੇ ਸੀ, ਉਹਨੂੰ ਮਿਲੇ ਕਾਫੀ ਅਰਸੇ ਤੋਂ ਬਾਅਦ, ਬੈਰੂਨੇ ਮੁਲਕ ਹੁੰਦਾ ਸੀ, ਤੇ ਉਹਦੇ ਨਾਲ ਜਦੋਂ ਡਿਸਕਸ ਕਰ ਰਹੇ ਸੀ ਮਸਲਾ ਕਿ ਸਾਡਾ ਮੁਆਸ਼ਰੇ ਦੇ ਵਿੱਚ ਇਹ ਗੱਲਾਂ ਹੋ ਗਈਆਂ ਨੇ, ਇਹ ਸਰਾਈਅਤ ਕਰ ਗਈਆਂ ਨੇ, ਇਹ ਸਾਡਾ ਨੁਕਸਾਨ ਹੋ ਰਿਹਾ, ਐਜ਼ ਏ ਕੌਮ ਅਸੀਂ ਬੜਾ ਪਿੱਛੇ ਰਹਿ ਗਏ ਹਾਂ ਔਰ ਪਸਤੀ ਦੀ ਤਰਫ ਹਰ ਵਕਤ ਜਾ ਰਹੇ ਹਾਂ, ਤੇ ਸਾਡੇ ਮੁਆਸ਼ਰੇ ਦੇ ਵਿੱਚ ਨਸ਼ਾ ਕਰਨ ਵਾਲੇ ਬੱਚਿਆਂ ਦੀ ਵੀ ਤਾਦਾਦ ਵੱਧਦੀ ਜਾਂਦੀ ਹੈ, ਤੇ ਇਹਦਾ ਹੱਲ ਕੀ ਹੋ ਸਕਦਾ? ਤੇ ਉਹਨੇ ਆਖਿਆ ਇਹਦਾ ਹੱਲ ਕੀ ਹੋਣਾ ਹੈ ਕਿ ਸਾਡੀ ਗੁਰਬਤ, ਸਾਡੀ ਜਿਹੜੀ ਹੈ ਹਰ ਵਕਤ ਜਿਹੜਾ ਅਸੀਂ ਵਿਹਲੇ ਰਹਿੰਦੇ ਹਾਂ, ਆਪਣੀਆਂ ਜ਼ਿੰਮੇਦਾਰੀਆਂ ਤੋਂ ਭੱਜਦੇ ਰਹਿੰਦੇ ਹਾਂ, ਇਹ ਵੀ ਵਜ੍ਹਾ ਇਹ ਵੀ ਹੈ। ਮੈਂ ਪਿੱਛੇ ਦੇਖ ਰਿਹਾ ਸੀ ਕਿ ਕਵੇ ਬੜੇ ਜ਼ਿਆਦਾ ਨੇ, ਤੁਹਾਨੂੰ ਵੀ ਦਿਖਾਏ ਨੇ ਦੋਸਤਾਂ ਨੂੰ, ਔਰ ਪਿੱਛੇ ਮਜ਼ੀਦ ਬੈਕ 'ਤੇ ਨਜ਼ਰ ਆ ਰਹੇ ਨੇ ਕਿ ਇਹਦੇ 'ਚ ਸਾਡਾ ਆਪਣਾ ਸਾਰਾ ਕਿਰਦਾਰ ਹੈ ਕਿ ਅਸੀਂ ਹਰ ਵਕਤ ਜਿਹੜਾ ਵਿਹਲੇ ਰਹਿਣਾ ਚਾਹੁੰਦੇ ਹਾਂ, ਕੁਝ ਕਰਨਾ ਨਹੀਂ ਚਾਹੁੰਦੇ, ਆਪਣੇ ਮੁਕੱਦਰਾਂ ਦਾ ਰਿਜ਼ਕ ਲਿਖਿਆ ਵੀ ਅਸੀਂ ਹਾਸਲ ਨਹੀਂ ਕਰਨਾ ਚਾਹੁੰਦੇ, ਤੇ ਜਦੋਂ ਘਰਾਂ ਦੇ ਵਿੱਚ ਤੰਗਦਸਤੀ ਪੈ ਜਾਂਦੀ ਹੈ ਨਾ, ਤੇ ਉਦੋਂ ਫਿਰ ਸਾਡੇ ਬੱਚੇ ਵੀ ਸਾਡੇ ਤੋਂ ਬਾਗੀ ਹੋ ਜਾਂਦੇ ਨੇ, ਔਰ ਬਾਗੀ ਹੋਣ ਦੇ ਨਾਲ ਗਲਤ ਸੁਸਾਇਟੀ ਦਾ ਹਿੱਸਾ ਵੀ ਬਣ ਜਾਂਦੇ ਨੇ, ਔਰ ਗਲਤ ਸੁਸਾਇਟੀ ਦਾ ਜਦੋਂ ਹਿੱਸਾ ਬਣਦੇ ਨੇ ਤੇ ਫਿਰ ਇਸ ਤਰ੍ਹਾਂ ਦੇ ਬੱਚੇ ਵੀ ਹੋ ਜਾਂਦੇ ਨੇ ਕਿ ਉਹਨਾਂ ਨੂੰ ਨਸ਼ੇ ਦੀ ਲੱਤ ਵੀ ਲੱਗ ਜਾਂਦੀ ਹੈ। ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਗੌਰ ਕਰਨਾ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਸਾਡੇ ਬੱਚੇ ਸਾਡੀਆਂ ਅੱਖਾਂ ਦੇ ਸਾਹਮਣੇ ਰਹਿਣ। ਅਗਰ ਕੋਈ ਖਾਹਿਸ਼ ਪੂਰੀ ਕਰਨੀ ਚਾਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਆਪਣੀ ਹੱਥੀਂ ਪੈਸੇ ਦਈਏ ਜਾਂ ਆਪਣੀ ਹੱਥੀਂ ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈ ਲਿਆ ਕੇ ਦਈਏ, ਤਾਂ ਕਿ ਉਹ ਅਹਿਸਾਸੇ ਕਮਤਰੀ ਦਾ ਸ਼ਿਕਾਰ ਨਾ ਹੋਣ ਔਰ ਗਲਤ ਸੁਸਾਇਟੀ ਦਾ ਹਿੱਸਾ ਨਾ ਬਣਨ। ਪਹਿਲੀ ਗੱਲ ਤੇ, ਔਰ ਦੂਸਰੀ ਗੱਲ ਇਹ ਵੇ ਕਿ ਸਾਨੂੰ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ, ਉਹਨਾਂ ਦੇ ਉੱਠਣ ਬੈਠਣ ਦਾ ਖਿਆਲ ਰੱਖਣਾ ਚਾਹੀਦਾ, ਔਰ ਉਹਨਾਂ ਦੀ ਤਰਬੀਅਤ ਅੱਛੀ ਕਰਨੀ ਚਾਹੀਦੀ ਹੈ। ਉਹਨਾਂ ਦੇ ਨਾਲ ਸਾਡਾ ਰਵੱਈਆ ਵੀ ਦੋਸਤਾਨਾ ਹੋਣਾ ਚਾਹੀਦਾ, ਔਰ ਦੋਸਤਾਨਾ ਰਵੱਈਆ ਜਦੋਂ ਰੱਖੋਗੇ ਤਾਂ ਤੁਹਾਡੇ ਬੱਚੇ ਜਿਹੜੇ ਨੇ ਤੁਹਾਡੇ ਨਾਲ ਸੱਚ ਬੋਲਣਗੇ, ਝੂਠ ਨਹੀਂ ਬੋਲਣਗੇ। ਅਗਰ ਗਲਤ ਸੁਸਾਇਟੀ ਦਾ ਸ਼ਿਕਾਰ ਹੋਣ ਲੱਗਣਗੇ ਤਾਂ ਤੁਹਾਨੂੰ ਉਹਨਾਂ ਦੀ ਲੈਂਗੁਏਜ ਤੋਂ, ਉਹਨਾਂ ਦੇ ਬੋਲ ਚਾਲ ਤੋਂ ਤੁਹਾਨੂੰ ਸਮਝ ਆ ਜਾਏਗੀ ਕਿ ਸਾਡਾ ਬੱਚਾ ਬਹਿਕਣ ਲੱਗਾ, ਅਸੀਂ ਇਹਦੇ 'ਤੇ ਧਿਆਨ ਦੇਣਾ ਔਰ ਇਹਨੂੰ ਅਸੀਂ ਬਹਿਕਣ ਤੋਂ ਬਚਾਉਣਾ। ਤਾਂ ਦੋਸਤੋ ਦੂਸਰੀ ਗੱਲ ਅਗਲੀ ਇਹ ਕਿ ਉਹ ਦੋਸਤ ਨੇ ਦੱਸਿਆ ਕਿ ਮੇਰਾ ਇੱਕ ਦੋਸਤ ਸੀ, ਲੋਕੀ ਦੂਸਰੇ ਮੁਲਕ ਜਿਹੜੇ ਨੇ ਉਹ ਆਪਣੇ ਮੁਆਸ਼ਰੇ ਦੀ ਤਰਬੀਅਤ ਕਿਸ ਤਰ੍ਹਾਂ ਕਰਦੇ ਨੇ ਕਿ ਉਹਨਾਂ ਦਾ ਇੱਕ ਬੰਦਾ ਨਸ਼ਾ ਕਰਨ ਵਾਲਾ ਵੀ ਜਿਹੜਾ ਨਾ, ਉਹ ਇਸ ਚੀਜ਼ ਦੇ ਉੱਤੇ ਸੋਚਦਾ ਕਿ ਇਹ ਚੀਜ਼ ਮੇਰੀ ਨਹੀਂ, ਇਹਦੇ 'ਤੇ ਮੇਰਾ ਹੱਕ ਨਹੀਂ। ਮਿਸਾਲ ਦੇ ਤੌਰ 'ਤੇ ਉਹਨੇ ਗੱਲ ਸੁਣਾਈ ਕਿ ਮੇਰਾ ਇੱਕ ਦੋਸਤ ਹੈ ਤੇ ਮਾਫੀ ਚਾਹੁੰਦਾ ਜੀ, ਖਾਂਸੀ ਹੋ ਗਈ ਸੀ, ਥੋੜੀ ਤਬੀਅਤ ਨਾਸਾਜ਼ ਰਹੀ ਹੈ ਜਿਹਦੀ ਵਜ੍ਹਾ ਤੋਂ ਨਾ ਇਸ ਤਰ੍ਹਾਂ ਹੋ ਗਿਆ। ਕਿ ਉਹਨਾਂ ਦੱਸਿਆ ਕਿ ਮੇਰਾ ਇੱਕ ਦੋਸਤ ਹੈ, ਉਹਦਾ ਜਿਹੜਾ ਬਾਹਰ ਬਿਜ਼ਨਸ ਹੈ, ਤੇ ਉਹਦੇ ਕੋਲ ਇੱਕ ਗੈਰ ਮੁਲਕੀ ਯੂਰਪ ਦੇ ਇਲਾਕੇ ਦਾ ਇੱਕ ਬੰਦਾ ਮੁਲਾਜ਼ਮ ਸੀ, ਸਿੰਗਲ ਸੀ, ਸ਼ਾਦੀशुदा ਨਹੀਂ ਸੀ ਹੈ ਜਾਂ ਹੈ ਸੀ ਤੇ ਨਹੀਂ ਉਹਦੀ ਫੈਮਿਲੀ ਉੱਥੇ, ਤੇ ਉਹ ਨਸ਼ਾ ਕਰਦਾ ਹੁੰਦਾ ਸੀ। ਤੇ ਉਹ ਮੇਰੇ ਕੋਲ ਨਾ ਪੈਸਿਆਂ ਦਾ ਤਗਾਜ਼ਾ ਕਰਨ ਡਿਆ ਪਿਆ ਤਨਖਾਹ ਤੋਂ ਇਲਾਵਾ, ਕਿਉਂਕਿ ਉਹਦੀ ਆਦਤ ਸੀ ਕਿ ਜਿੰਨਾ ਵੀ ਕਮਾਉਂਦਾ ਸੀ ਨਾ 6 ਮਹੀਨੇ ਦੇ ਵਿੱਚ ਉਹ ਸਾਰਾ ਕਿਸੇ ਹੋਰ ਮੁਲਕ ਵਿੱਚ ਜਾ ਕੇ ਇੰਜੋਇਮੈਂਟ ਕਰਕੇ ਆ ਜਾਂਦਾ ਸੀ, ਤੇ ਦੁਬਾਰਾ ਫਿਰ ਜਾਬ 'ਤੇ ਲੱਗ ਜਾਂਦਾ ਸੀ ਮਹੀਨੇ 15 ਦਿਨਾਂ ਦੇ ਵਿੱਚ ਸਾਰਾ ਖਰਚਾ ਕਰਕੇ। ਤੇ ਇੱਕ ਦਿਨ ਉਹ ਕਹਿ ਰਿਹਾ ਸੀ ਮੈਨੂੰ ਬਾਰ-ਬਾਰ ਕਿ ਮੈਨੂੰ ਨਾ ਖਰਚੇ ਦੀ ਜ਼ਰੂਰਤ ਹੈ, ਮੇਰੇ ਕੋਲ ਤਨਖਾਹ ਖਤਮ ਹੋ ਗਈ ਹੈ, ਤੇ ਮੈਂ ਉਹਨੂੰ ਦੇਣ ਤੋਂ ਕਤਰਾ ਰਿਹਾ ਸੀ। ਫਿਰ ਇੱਕ ਦਿਨ ਮੈਂ ਦੇਖਿਆ ਕਿ ਮੈਂ ਰੋਡ 'ਤੇ ਚੱਲਦਾ ਜਾ ਰਿਹਾ ਸੀ ਆਪਣੇ ਇਲਾਕੇ ਦੇ ਵਿੱਚ ਹੀ, ਤੇ ਰੋਡ 'ਤੇ ਕੋਈ ਸਕ੍ਰੈਪ ਪਈ ਸੀ, ਤੇ ਮੈਂ ਉਹਨੂੰ ਬੁਲਾ ਕੇ ਕਿਹਾ, ਮੈਂ ਕਿਹਾ ਇਹ ਸਕ੍ਰੈਪ ਚੁੱਕ ਲੈ ਤੇ ਆਪਣਾ ਖਰਚਾ ਪੂਰਾ ਕਰ ਲੈ ਆਪਣੇ ਮਾਹੌਲ ਦੇ ਮੁਤਾਬਕ, ਜਿਵੇਂ ਇੱਥੇ ਸਾਡੇ ਮੁਲਕ ਵਿੱਚ ਹੁੰਦਾ ਹੈ ਜਾਂ ਜਿਵੇਂ ਅਸੀਂ ਲੋਕੀ ਸਮਝਦੇ ਹਾਂ, ਆਪਣਾ ਹੱਕ ਹੀ ਸਮਝਦੇ ਹਾਂ, ਹਰ ਕੰਮ ਦੇ ਉੱਤੇ, ਹਰ ਚੀਜ਼ ਦੇ ਉੱਤੇ ਆਪਣਾ ਹੱਕ ਜਤਾਉਂਦੇ ਹਾਂ। ਤੇ ਇਸ ਤਰੀਕੇ ਦੇ ਨਾਲ ਉਹਨੂੰ ਮੈਂ ਕਿਹਾ, ਤੇ ਉਹਨੇ ਅੱਗੋਂ ਮੈਨੂੰ ਜਵਾਬ ਬੜਾ ਪਿਆਰਾ ਜਿਹਾ ਦਿੱਤਾ। ਉਹਨੇ ਆਖਿਆ ਗੱਲ ਸੁਣੋ, ਇਹ ਜਿਹੜੀਆਂ ਚੀਜ਼ਾਂ ਨੇ ਨਾ ਪਈਆਂ, ਇਹ ਸਾਡੀਆਂ ਨਹੀਂ ਹਨ, ਇਹ ਇਸ ਮੁਲਕ ਦੇ ਜਿਹੜੇ ਇਦਾਰੇ ਨੇ, ਇਸ ਮੁਲਕ ਦੀ ਜਿਹੜੀ ਰਿਆਸਤ ਹੈ ਜਾਂ ਜਿਹੜਾ ਕਾਨੂੰਨ ਹੈ ਜਾਂ ਜਿਹੜੇ ਇਹਦੇ ਜ਼ਿੰਮੇਦਾਰ ਨੇ, ਇਹ ਚੀਜ਼ਾਂ ਉਹਨਾਂ ਦੀਆਂ ਨੇ, ਇਹਨਾਂ ਉੱਤੇ ਸਾਡਾ ਕੋਈ ਹੱਕ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਚੁੱਕੀਏ ਤੇ ਆਪਣੀਆਂ ਜ਼ਰੂਰਤਾਂ ਕਰ ਲਈਏ ਪੂਰੀਆਂ ਵੇਚ ਕੇ, ਇਹਨਾਂ 'ਤੇ ਸਾਡਾ ਹੱਕ ਨਹੀਂ ਜੇ। ਤੇ ਦੋਸਤੋ ਕੌਮਾਂ ਇੰਝ ਬਣਦੀਆਂ ਜੇ, ਇਸ ਤਰ੍ਹਾਂ ਨਹੀਂ ਜੇ ਬਣਦੀਆਂ ਕਿ ਜਿਹੜੀ ਚੀਜ਼ ਲੱਭੀ ਉਹਨੂੰ ਚੁੱਕਿਆ ਤੇ ਆਪਣੀ ਜ਼ਰੂਰਤਾਂ ਪੂਰੀਆਂ ਕਰ ਲਈਆਂ। ਦੋਸਤੋ ਮੇਰੀਆਂ ਜਿਹੜੀਆਂ ਗੱਲਾਂ ਨੇ ਉਹ ਤੁਹਾਨੂੰ ਅਗਰ ਚੰਗੀਆਂ ਲੱਗੀਆਂ ਹੋਣ ਤਾਂ ਕਮੈਂਟ ਸੈਕਸ਼ਨ ਵਿੱਚ ਦੱਸਿਆ ਜੇ, ਤੇ ਅਗਰ ਕਿਸੇ ਜਗ੍ਹਾ 'ਤੇ ਮੈਂ ਕੋਈ ਗੱਲ ਗਲਤ ਕੀਤੀ ਹੋਵੇ, ਕੋਈ ਲਫ਼ਜ਼ ਭੁੱਲਿਆ ਹੋਵਾਂ, ਕੋਈ ਬੋਲਣ ਵਿੱਚ ਕੋਈ ਗਲਤੀ ਹੋਈ ਹੋਵੇ, ਤੇ ਉਹ ਮੈਂ ਤੁਹਾਡੇ ਅੱਗੇ ਮਾਫੀ ਚਾਹੁੰਦਾ ਵਾਂ, ਉਹਦੀ ਮੈਂ ਤੁਹਾਡੇ ਅੱਗੇ ਮਾਜ਼ਰਤ ਕਰਨਾ ਵਾਂ। ਅੱਜ ਲਈ ਇੰਨਾ ਹੀ, ਅਗਲੀ ਫੇਰ ਇੱਕ ਅੱਛੀ ਜਿਹੀ ਵੀਡੀਓ ਦੇ ਨਾਲ ਦੁਬਾਰਾ ਤੁਹਾਡੇ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਜਿਉਂਦੇ ਰਹੋ, ਵਸਦੇ ਰਹੋ, ਰੱਬ ਰਾਖਾ।